आओ असीं सिखते हाँ मोबाइल वॉलेट की है। मोबाइल वॉलेट एक डिजिटल वर्जन है ਤੁਹਾਡੇ ਫਿਜ਼ੀਕਲ ਵਾਲਟ ਦਾ। ਇਸ ਵਾਲਟ ਨੂੰ ਤੁਸੀਂ ਆਪਣੇ ਸਮਾਰਟਫੋਨ ਦੇ ਵਿੱਚ ਇੰਸਟਾਲ ਕਰਕੇ ਜਾ ਸਕਦੇ ਹੋ। ਇਹ ਇੱਕ ਐਪ ਹੈ ਜੋ ਤੁਸੀਂ ਆਪਣੇ ਮੋਬਾਈਲ ਵਿੱਚ ਇੰਸਟਾਲ ਕਰ ਸਕਦੇ ਹੋ ਤੇ ਉਸ ਐਪ ਦੇ ਵਿੱਚ ਤੁਸੀਂ ਆਪਣੇ ਪੈਸੇ ਨੂੰ ਮੈਨੇਜ ਕਰ ਸਕਦੇ ਹੋ। ਆਪਣੇ ਕੈਸ਼ ਟ੍ਰਾਂਜੈਕਸ਼ਨ ਜਾਂ ਕਾਰਡਸ ਦੇ ਨਾਲ ਰਿਲੇਟਡ ਟ੍ਰਾਂਜੈਕਸ਼ਨ ਜਿਹੜੀਆਂ ਹਨ ਉਹ ਸਾਰੀਆਂ ਅਸੀਂ ਇਸ ਵਾਲਟ ਦੇ ਥਰੂ ਕਰ ਸਕਦੇ ਹਾਂ। ਜਿਸ ਤਰੀਕੇ ਨਾਲ ਪੇਟੀਐਮ, ਗੂਗਲ ਪੇ, ਇਹ ਕੁਝ ਵਾਲਟਸ ਦੀਆਂ ਉਦਾਹਰਨਾਂ ਹਨ। ਮੋਬਾਈਲ ਵਾਲਟਸ ਦੀ ਵਰਤੋਂ ਲਈ ਤੁਹਾਨੂੰ ਪਹਿਲਾਂ ਤੁਹਾਡੇ ਮੋਬਾਈਲ ਦੇ ਵਿੱਚ ਉਸ ਵਾਲਟ ਨਾਲ ਰਿਲੇਟਡ ਐਪ ਨੂੰ ਡਾਊਨਲੋਡ ਕਰਕੇ ਇੰਸਟਾਲ ਕਰਨਾ ਪਵੇਗਾ। ਇੰਸਟਾਲ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਬੈਂਕ ਅਕਾਊਂਟ ਨੂੰ ਉਸ ਵਾਲਟ ਦੇ ਨਾਲ ਰਜਿਸਟਰ ਕਰੋਗੇ, ਲਿੰਕ ਕਰੋਗੇ। ਲਿੰਕਿੰਗ ਲਈ ਜਦੋਂ ਤੁਸੀਂ ਆਪਣਾ ਮੋਬਾਈਲ ਨੰਬਰ ਭਰੋਗੇ ਤੇ ਤੁਹਾਡੇ ਮੋਬਾਈਲ ਨੰਬਰ ਦੇ ਉੱਪਰ ਇੱਕ OTP ਆਏਗਾ ਜੋ ਬੈਂਕ ਵੱਲੋਂ ਭੇਜਿਆ ਜਾਏਗਾ ਅਤੇ ਜੇਕਰ ਉਹ ਬੈਂਕ ਵੱਲੋਂ ਆਇਆ OTP ਤੁਹਾਡੇ ਮੋਬਾਈਲ ਦੇ ਉੱਪਰ ਪਹੁੰਚ ਜਾਂਦਾ ਹੈ ਤੇ ਤੁਸੀਂ ਉਸ OTP ਨੂੰ ਇਸ ਐਪ ਦੇ ਵਿੱਚ ਭਰ ਦਿੰਦੇ ਹੋ ਤਾਂ ਤੁਹਾਡਾ ਮੋਬਾਈਲ ਜੋ ਹੈ ਉਹ ਵਾਲਟ ਨੂੰ ਐਕਟਿਵ ਕਰ ਦੇਗਾ। ਹੁਣ ਜੇਕਰ ਤੁਸੀਂ ਕੋਈ ਪੇਮੈਂਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਕੋਈ ਕੈਸ਼ ਦੇਣ ਦੀ ਜਾਂ ਕਿਸੇ ਕਾਰਡ ਨੂੰ ਸਵਾਈਪ ਕਰਨ ਦੀ ਲੋੜ ਨਹੀਂ ਹੈ। ਤੁਸੀਂ ਇਸ ਮੋਬਾਈਲ ਵਾਲਟ ਦੀ ਵਰਤੋਂ ਕਰਕੇ ਕਿਸੇ ਵੀ ਜਗ੍ਹਾ ਤੇ ਪੇਮੈਂਟ ਕਰ ਸਕਦੇ ਹੋ। ਤੁਸੀਂ ਕੋਈ ਚੀਜ਼ ਪਰਚੇਜ਼ ਕਰਕੇ ਉਹਦੀ ਪੇਮੈਂਟ ਕਰਨੀ ਹੋਵੇ ਜਾਂ ਕਿਸੇ ਦੋਸਤ ਨੂੰ ਪੈਸੇ ਭੇਜਣੇ ਹੋਣ ਜਾਂ ਕੋਈ ਬਿੱਲ ਪੇ ਕਰਨੇ ਹੋਣ, ਬਿਜਲੀ ਦੇ ਬਿੱਲ, ਟੈਲੀਫੋਨ ਦੇ ਬਿੱਲ, ਇਹ ਸਾਰੀਆਂ ਜੋ ਪੇਮੈਂਟ ਹਨ ਉਹ ਅਸੀਂ ਇਸ ਮੋਬਾਈਲ ਵਾਲਟ ਦੀ ਵਰਤੋਂ ਕਰਕੇ ਕਰ ਸਕਦੇ ਹਾਂ। ਇਹ ਮੋਬਾਈਲ ਵਾਲਟ ਐਪਸ ਜੋ ਹਨ ਇਹ ਸਾਨੂੰ ਕਈ ਤਰ੍ਹਾਂ ਦੇ ਡਿਸਕਾਊਂਟ ਜਾਂ ਕੂਪਨਸ ਦੀ ਸੁਵਿਧਾ ਦਿੰਦੀਆਂ ਹਨ ਤੇ ਜੇਕਰ ਅਸੀਂ ਇਹਨਾਂ ਕੂਪਨਸ ਦੀ ਵਰਤੋਂ ਕਰਦੇ ਹਾਂ ਤੇ ਸਾਨੂੰ ਕਿਤੇ ਨਾ ਕਿਤੇ ਕੁਝ ਡਿਸਕਾਊਂਟ ਵੀ ਮਿਲ ਜਾਂਦਾ ਹੈ। ਟਿਪਸ ਵਾਈਲ ਯੂਜ਼ਿੰਗ ਵਾਲਟਸ। ਜਿੱਦਾਂ ਕਿ ਅਸੀਂ ਜਾਣ ਚੁੱਕੇ ਹਾਂ ਕਿ ਮੋਬਾਈਲ ਵਾਲਟ ਦੀ ਵਰਤੋਂ ਕਰਕੇ ਸਾਨੂੰ ਕੈਸ਼ ਦੀ ਸੁਵਿਧਾ ਜਿਹੜੀ ਹੈ ਉਹ ਮਿਲ ਜਾਂਦੀ ਹੈ। ਅਸੀਂ ਕਿਸੇ ਵੀ ਜਗ੍ਹਾ ਤੇ ਕੈਸ਼ ਪੇ ਕਰਨ ਦੀ ਬਜਾਏ ਉਸ ਐਪ ਦੀ ਵਰਤੋਂ ਕਰਕੇ ਆਪਣੀਆਂ ਪੇਮੈਂਟਸ ਕਰ ਸਕਦੇ ਹਾਂ, ਘਰੇ ਬੈਠ ਕੇ ਹੀ ਬਿੱਲ ਪੇ ਕਰ ਸਕਦੇ ਹਾਂ। ਬਹੁਤ ਸਾਰੀਆਂ ਸੁਵਿਧਾਵਾਂ ਇਹ ਵਾਲਟ ਜੋ ਹਨ ਉਹ ਸਾਨੂੰ ਪ੍ਰਦਾਨ ਕਰਦੇ ਹਨ। ਪਰ ਇਹਨਾਂ ਵਾਲਟਸ ਦੀ ਜੇਕਰ ਵਰਤੋਂ ਜੋ ਕੀਤੀ ਜਾਂਦੀ ਹੈ ਉਹ ਸੁਚੱਜੇ ਢੰਗ ਨਾਲ ਜਾਂ ਸੇਫਟੀ ਦੇ ਨਾਲ ਨਾ ਕੀਤੀ ਜਾਵੇ ਤਾਂ ਸਾਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਸਕਦੇ ਹਨ। ਇਸ ਲਈ ਇਹਨਾਂ ਵਾਲਟਸ ਐਪ ਨੂੰ ਬਹੁਤ ਸੇਫਲੀ ਵਰਤਣਾ ਚਾਹੀਦਾ ਹੈ। ਆਓ ਕੁਝ ਟਿਪਸ ਦੇ ਬਾਰੇ ਜਾਣਦੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਸੇਫਲੀ ਵਾਲਟਸ ਨੂੰ ਵਰਤ ਸਕਦੇ ਹਾਂ। ਪਾਸਵਰਡ ਪ੍ਰੋਟੈਕਸ਼ਨ। ਸੈਟ ਅ ਸਟਰੋਂਗ ਯੂਨੀਕ ਪਾਸਵਰਡ ਫॉर ਯੂਅਰ ਡਿਜੀਟਲ ਵਾਲਟ। ਅਵੋਇਡ ਯੂਜ਼ਿੰਗ ਈਜ਼ੀਲੀ ਗੈਸੇਬਲ ਇਨਫੋਰਮੇਸ਼ਨ ਲਾਈਕ ਬਰਥਡੇਜ਼। ਇਹ ਵਾਲਟ ਐਪਸ ਸਾਨੂੰ ਪ੍ਰੋਟੈਕਸ਼ਨ ਲਈ ਪਾਸਵਰਡ ਸੈੱਟ ਕਰਨ ਲਈ, ਪਿਨ ਸੈੱਟ ਕਰਨ ਦੀ, ਪੈਟਰਨ ਸੈੱਟ ਕਰਨ ਦੀ ਜਾਂ ਫਿੰਗਰਪ੍ਰਿੰਟਸ ਜਾਂ ਆਈਜ਼ ਦੇ ਨਾਲ ਅਸੀਂ ਆਪਣੀ ਐਪਸ ਨੂੰ ਜੋ ਹੈ ਉਹ ਪ੍ਰੋਟੈਕਟ ਕਰ ਸਕਦੇ ਹਾਂ। ਫਿਰ ਜਦੋਂ ਅਸੀਂ ਉਸ ਐਪ ਨੂੰ ਖੋਲਾਂਗੇ ਜੇਕਰ ਅਸੀਂ ਫਿੰਗਰਪ੍ਰਿੰਟ ਸੈੱਟ ਕੀਤਾ ਹੈ ਤੇ ਬਿਨਾਂ ਫਿੰਗਰਪ੍ਰਿੰਟ ਤੇ ਉਹ ਐਪ ਓਪਨ ਨਹੀਂ ਹੋਵੇਗੀ। ਇਸ ਲਈ ਅਜਿਹੀਆਂ ਐਪ ਦੇ ਉੱਪਰ ਪ੍ਰੋਪਰ ਸਟਰੋਂਗ ਪਾਸਵਰਡ ਲਗਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਤੁਹਾਡੀ ਐਪ ਨੂੰ ਤੁਹਾਡੀ ਮਰਜ਼ੀ ਤੋਂ ਬਿਨਾਂ ਖੋਲ ਨਾ ਸਕੇ ਤੇ ਤੁਹਾਡੇ ਪਾਸਵਰਡ ਨੂੰ ਗੈਸ ਨਾ ਕਰ ਸਕੇ। ਇਸ ਲਈ ਸਟਰੋਂਗ ਪਾਸਵਰਡ ਰੱਖਣਾ ਚਾਹੀਦਾ ਹੈ, ਕੋਈ ਈਜ਼ੀ ਪਾਸਵਰਡ ਨਹੀਂ ਰੱਖਣਾ ਚਾਹੀਦਾ। 2 ਫੈਕਟਰ ਅਥੈਂਟੀਕੇਸ਼ਨ 2FA. Enable 2FA whenever possible. It adds an extra layer of security by requiring a second form of verification like a one-time code sent to your phone. ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਮੋਬਾਈਲ ਦੇ ਉੱਪਰ 2 ਫੈਕਟਰ ਅਥੈਂਟੀਕੇਸ਼ਨ ਨੂੰ ਔਨ ਰੱਖੀਏ ਤਾਂ ਜੋ ਜਦੋਂ ਵੀ ਅਸੀਂ ਕਿਸੇ ਵਾਲਟ ਦੇ ਥਰੂ ਕੋਈ ਪੇਮੈਂਟ ਕਰੀਏ ਤੇ ਸਾਨੂੰ OTP ਆਵੇ ਜਾਂ ਕੋਈ ਅਲਰਟ ਆਵੇ। 2-ਵੇ ਅਥੈਂਟੀਕੇਸ਼ਨ ਸਾਨੂੰ ਇੱਕ ਐਕਸਟਰਾ ਲੇਅਰ ਪ੍ਰੋਟੈਕਸ਼ਨ ਵਾਸਤੇ ਪ੍ਰੋਵਾਈਡ ਕਰ ਦਿੰਦੀ ਹੈ। ਇਸ ਤਰੀਕੇ ਨਾਲ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਵੀ ਟ੍ਰਾਂਜੈਕਸ਼ਨ ਜੋ ਹੈ ਹੋਣੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਹਮੇਸ਼ਾ 2-ਵੇ ਅਥੈਂਟੀਕੇਸ਼ਨ ਨੂੰ ਆਪਣੇ ਫੋਨ ਦੇ ਉੱਪਰ ਔਨ ਰੱਖਣਾ ਚਾਹੀਦਾ ਹੈ। ਸਿਕਿਉਰ ਨੈਟਵਰਕਸ। ਓਨਲੀ ਯੂਜ਼ ਸਿਕਿਉਰ ਐਂਡ ਟਰਸਟਡ ਵਾਈਫਾਈ ਨੈਟਵਰਕਸ ਐਸਪੈਸ਼ਲੀ ਫॉर ਫਾਈਨੈਂਸ਼ੀਅਲ ਟ੍ਰਾਂਜੈਕਸ਼ਨ। Avoid public Wi-Fi networks for sensitive activities. ਸਾਨੂੰ ਹਮੇਸ਼ਾ ਸਿਕਿਉਰ ਨੈਟਵਰਕਸ ਦੇ ਉੱਪਰ ਹੀ ਆਪਣੀਆਂ ਟ੍ਰਾਂਜੈਕਸ਼ਨਸ ਕਰਨੀਆਂ ਚਾਹੀਦੀਆਂ ਹਨ। ਕਦੀ ਵੀ ਕਿਸੇ ਪਬਲਿਕ ਪਲੇਸ ਦੇ ਉੱਪਰ ਜੇਕਰ ਸਾਨੂੰ ਕੋਈ ਵਾਈਫਾਈ ਸਿਗਨਲ ਮਿਲ ਜਾਂਦਾ ਹੈ ਤੇ ਉਸ ਦੇ ਨਾਲ ਕਨੈਕਟ ਕਰਕੇ ਕੋਈ ਵੀ ਵਾਲਟ ਦੇ ਥਰੂ ਪੇਮੈਂਟ ਨਹੀਂ ਕਰਨੀ ਚਾਹੀਦੀ। ਇਸ ਤਰੀਕੇ ਨਾਲ ਤੁਸੀਂ ਫਰਾਡ ਤੋਂ ਬਚ ਸਕਦੇ ਹੋ। ਜੇਕਰ ਅਸੀਂ ਪਬਲਿਕ ਵਾਈਫਾਈ ਜਾਂ ਪਬਲਿਕ ਨੈਟਵਰਕਸ ਦੀ ਵਰਤੋਂ ਕਰਕੇ ਕੋਈ ਸੈਂਸਿਟਿਵ ਇਨਫੋਰਮੇਸ਼ਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸ਼ੇਅਰ ਕਰ ਰਹੇ ਹਾਂ ਤੇ ਤੁਸੀਂ ਫਰਾਡ ਦੇ ਸ਼ਿਕਾਰ ਬਹੁਤ ਆਸਾਨੀ ਨਾਲ ਹੋ ਸਕਦੇ ਹੋ। ਇਸ ਲਈ ਇਹ ਰੂਲ ਬਣਾਓ ਵੀ ਕਦੀ ਵੀ ਕਿਸੇ ਪਬਲਿਕ ਪਲੇਸ ਦੇ ਉੱਪਰ ਜੇਕਰ ਅਸੀਂ ਕੋਈ ਵਾਈਫਾਈ
ਜਾਂ ਨੈਟਵਰਕ ਦੀ ਵਰਤੋਂ ਕਰ ਰਹੇ ਹਾਂ, ਅਜਿਹੇ ਨੈਟਵਰਕ ਦੇ ਉੱਪਰ ਕਦੀ ਵੀ ਵਾਲਟਸ ਨਾਲ ਰਿਲੇਟਡ ਜਾਂ ਕੋਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ ਪ੍ਰੋਸੈਸ ਨਹੀਂ ਕਰਨਾ ਚਾਹੀਦਾ। ਰੈਗੂਲਰ ਅਪਡੇਟਸ, ਕੀਪ ਯੂਅਰ ਵਾਲਟ ਐਪ ਅਪਡੇਟਡ to benefit from the latest security patches and features। ਆਪਣੀ ਵਾਲਟ ਐਪ ਨੂੰ ਹਮੇਸ਼ਾ ਅਪ ਟੂ ਡੇਟ ਰੱਖਣਾ ਚਾਹੀਦਾ ਹੈ। ਜਦੋਂ ਵੀ ਕੋਈ ਅਪਡੇਟ ਆਵੇ ਤਾਂ ਉਹਨੂੰ ਸਭ ਤੋਂ ਪਹਿਲਾਂ ਇੰਸਟਾਲ ਕਰ ਲੈਣਾ ਚਾਹੀਦਾ ਹੈ। ਲੇਟੈਸਟ ਸਿਕਿਉਰਿਟੀ ਅਪਡੇਟਸ ਅਤੇ ਪੈਚਸ ਦੇ ਨਾਲ ਸਾਡੀ ਐਪ ਲੈਸ ਹੋਣ ਦੇ ਨਾਲ ਫਰਾਡ ਹੋਣ ਦੇ ਚਾਂਸਸ ਜੋ ਹਨ ਉਹ ਬਹੁਤ ਘਟ ਜਾਂਦੇ ਹਨ। ਜੇਕਰ ਸਾਡੀ ਐਪ ਅਪਡੇਟਡ ਨਹੀਂ ਹੈ ਤੇ ਅਸੀਂ ਫਰਾਡ ਦਾ ਸ਼ਿਕਾਰ ਆਸਾਨੀ ਨਾਲ ਹੋ ਸਕਦੇ ਹਾਂ। ਬੀ ਅਵੇਅਰ ਆਫ ਫਿਸ਼ਿੰਗ, be cautious of phishing emails or messages pretending to be from your wallet provider। Verify their authenticity before clicking on any links or providing personal information। ਸਾਨੂੰ ਫਿਸ਼ਿੰਗ ਮੇਲਸ ਜਾਂ ਮੈਸੇजेस ਤੋਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਕਈ ਵਾਰ ਸਾਨੂੰ ਮੈਸੇजेस ਜਾਂ ਈਮੇਲ ਦੇ ਥਰੂ ਕੁਝ ਅਲਰਟ ਆਉਂਦੇ ਹਨ ਜਿਸ ਦੇ ਵਿੱਚ ਵਾਲਟ ਐਪ ਵੱਲੋਂ ਕੋਈ ਨਾ ਕੋਈ KYC ਜਾਂ ਕੋਈ ਪਰਸਨਲ ਇਨਫੋਰਮੇਸ਼ਨ ਦੀ ਡਿਮਾਂਡ ਕੀਤੀ ਜਾਂਦੀ ਹੈ ਤੇ ਅਸੀਂ ਉਹਨਾਂ ਲਿੰਕ ਤੇ ਕਲਿੱਕ ਕਰਕੇ ਆਪਣੀ ਪਰਸਨਲ ਜਾਣਕਾਰੀ ਉਸ ਪੇਜ ਦੇ ਉੱਪਰ ਜਾਂ ਉਸ ਲਿੰਕ ਦੇ ਉੱਪਰ ਸ਼ੇਅਰ ਕਰ ਦਿੰਦੇ ਹਾਂ, ਜਿਸ ਨਾਲ ਅਸੀਂ ਫਰਾਡ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਇਹ ਬਹੁਤ ਧਿਆਨ ਨਾਲ ਸਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਜਿਹੜਾ ਵੀ ਕੋਈ ਮੈਸੇਜ ਜਾਂ ਈਮੇਲ ਸਾਨੂੰ ਆਈ ਹੈ ਕਿ ਉਹ ਜੈਨੂਇਨ ਹੈ, ਕਿ ਉਹ ਸਾਡੇ ਵਾਲਟ ਐਪ ਦੇ ਵੱਲੋਂ ਹੀ ਭੇਜੀ ਗਈ ਹੈ। ਇਹਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿਆਦਾਤਰ ਅਜਿਹੀਆਂ ਮੇਲ ਫੇਕ ਹੀ ਹੁੰਦੀਆਂ ਹਨ, ਫਿਸ਼ਿੰਗ ਮੇਲਸ ਹੁੰਦੀਆਂ ਹਨ ਜੋ ਸਾਨੂੰ ਫਸਾ ਕੇ ਸਾਡੇ ਤੋਂ ਜਾਣਕਾਰੀ ਹਾਸਲ ਕਰਨੀਆਂ ਚਾਹੁੰਦੇ ਹਨ। ਤੇ ਇਸ ਲਈ ਅਜਿਹੀਆਂ ਮੇਲ ਤੋਂ, ਅਜਿਹੇ ਮੈਸੇਜ ਤੋਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਕਦੀ ਵੀ ਕਿਸੇ ਲਿੰਕ ਦੇ ਉੱਪਰ ਕਲਿੱਕ ਕਰਕੇ ਆਪਣੀ ਪਰਸਨਲ ਜਾਣਕਾਰੀ ਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ ਕਿਉਂਕਿ ਕਦੀ ਵੀ ਕੋਈ ਬੈਂਕ ਜਾਂ ਵਾਲਟ ਐਪ ਤੁਹਾਡੇ ਕੋਲ ਕੋਈ ਵੀ ਸੈਂਸਿਟਿਵ ਇਨਫੋਰਮੇਸ਼ਨ ਜਾਂ ਪਰਸਨਲ ਜਾਣਕਾਰੀ ਨੂੰ ਫੋਨ ਦੇ ਉੱਪਰ ਮੈਸੇਜ ਦੇ ਥਰੂ ਜਾਂ ਕਿਸੇ ਲਿੰਕ ਦੇ ਥਰੂ ਨਹੀਂ ਮੰਗਦਾ। ਚੈੱਕ ਐਪ ਪਰਮਿਸ਼ਨਸ, ਰਿਵਿਊ ਦਾ ਪਰਮਿਸ਼ਨਸ ਗ੍ਰਾਂਟਡ ਟੂ ਯੂਅਰ ਵਾਲਟ ਐਪ, ਓਨਲੀ ਗ੍ਰਾਂਟ ਨੈਸੈਸਰੀ ਪਰਮਿਸ਼ਨਸ and be cautious if an app requests excessive access। ਸਾਨੂੰ ਆਪਣੇ ਮੋਬਾਈਲ ਦੀਆਂ ਸੈਟਿੰਗਸ ਵਿੱਚ ਜਾ ਕੇ ਆਪਣੀਆਂ ਐਪਸ ਦੀਆਂ ਪਰਮਿਸ਼ਨਸ ਨੂੰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਆਪਣੀ ਵਾਲਟ ਐਪ ਦੀਆਂ ਪਰਮਿਸ਼ਨਸ ਨੂੰ ਵੀ ਖਾਸ ਕਰਕੇ ਚੈੱਕ ਕਰਨਾ ਚਾਹੀਦਾ ਹੈ ਕਿ ਉਹ ਕਿਹੜੀਆਂ ਪਰਮਿਸ਼ਨ ਜਿਹੜੀਆਂ ਹਨ ਉਸ ਐਪ ਨੂੰ ਗ੍ਰਾਂਟ ਕੀਤੀਆਂ ਗਈਆਂ ਹਨ। ਕੀ ਕੋਈ ਐਪ ਕੁਝ ਜ਼ਿਆਦਾ ਹੀ ਪਰਮਿਸ਼ਨ ਤੇ ਨਹੀਂ ਮੰਗ ਰਿਹਾ ਜਿਸ ਦੀ ਉਸਨੂੰ ਲੋੜ ਹੀ ਨਹੀਂ ਹੈ। ਅਜਿਹੀਆਂ ਪਰਮਿਸ਼ਨ ਦੇ ਨਾਲ ਉਹ ਸਾਡੇ ਫੋਨ ਦੇ ਉੱਪਰ ਜ਼ਿਆਦਾ ਕੰਟਰੋਲ ਕਰ ਸਕਦੀਆਂ ਹਨ। ਇਸ ਲਈ ਸਿਰਫ ਉਹ ਹੀ ਪਰਮਿਸ਼ਨਸ ਨੂੰ ਸਾਨੂੰ ਐਕਟੀਵੇਟ ਕਰਨਾ ਚਾਹੀਦਾ ਹੈ ਜੋ ਉਸ ਐਪ ਲਈ ਟ੍ਰਾਂਜੈਕਸ਼ਨ ਕਰਨ ਲਈ ਜ਼ਰੂਰੀ ਹਨ। ਇਸ ਲਈ ਆਪਣੀਆਂ ਪਰਮਿਸ਼ਨਸ ਨੂੰ ਜਾ ਕੇ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਜੇਕਰ ਫालतू ਪਰਮਿਸ਼ਨਸ ਹਨ ਤੇ ਉਹਨਾਂ ਨੂੰ ਸਾਨੂੰ ਡਿਸੇਬਲ ਕਰ ਦੇਣਾ ਚਾਹੀਦਾ ਹੈ। ਮੋਨੀਟਰ ਟ੍ਰਾਂਜੈਕਸ਼ਨਸ, ਰੈਗੂਲਰਲੀ ਰਿਵਿਊ ਯੂਅਰ ਟ੍ਰਾਂਜੈਕਸ਼ਨ ਹਿਸਟਰੀ to support any unauthorized or suspicious activities। ਸਾਨੂੰ ਸਾਡੇ ਮੋਬਾਈਲ ਵਾਲਟ ਐਪ ਵਿੱਚ ਜਾ ਕੇ ਆਪਣੀਆਂ ਟ੍ਰਾਂਜੈਕਸ਼ਨ ਦੀ ਹਿਸਟਰੀ ਨੂੰ ਜ਼ਰੂਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰੀਕੇ ਨਾਲ ਤੁਸੀਂ ਆਪਣੀਆਂ ਜੋ ਵੀ ਟ੍ਰਾਂਜੈਕਸ਼ਨ ਕੀਤੀਆਂ ਹਨ ਉਹਨਾਂ ਦਾ ਟਰੈਕ ਰੱਖ ਸਕੋਗੇ ਅਤੇ ਚੈੱਕ ਕਰ ਸਕੋਗੇ ਕਿ ਕੀ ਕੋਈ ਅਨਆਥੋਰਾਈਜ਼ਡ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਟ੍ਰਾਂਜੈਕਸ਼ਨ ਤੇ ਨਹੀਂ ਹੋ ਰਹੀ। ਜੇਕਰ ਹੋ ਰਹੀ ਹੈ ਤੇ ਸਾਨੂੰ ਉਸ ਨੂੰ ਟਰੈਕ ਕਰਕੇ ਚੈੱਕ ਕਰਨਾ ਜ਼ਰੂਰੀ ਹੈ। ਇਸ ਲਈ ਹਮੇਸ਼ਾ ਆਪਣੀਆਂ ਟ੍ਰਾਂਜੈਕਸ਼ਨ ਦੀ ਹਿਸਟਰੀ ਹੈ ਉਸ ਨੂੰ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਚਾਹੀਦਾ ਹੈ, ਟਰੈਕ ਕਰਦੇ ਰਹਿਣਾ ਚਾਹੀਦਾ ਹੈ। ਯੂਜ਼ ਰਿਪੀਟੇਬਲ ਵਾਲਟ, ਸਟਿਕ to well-known and reputable wallet providers। Research and read review before choosing a wallet app। ਸਾਨੂੰ well-known ਜਾਂ reputed wallets app ਨੂੰ ਹੀ ਆਪਣੇ ਮੋਬਾਈਲ ਵਿੱਚ ਯੂਜ਼ ਕਰਨਾ ਚਾਹੀਦਾ ਹੈ। ਅਸੀਂ ਕੋਈ ਵੀ wallet app ਨੂੰ ਆਪਣੇ ਮੋਬਾਈਲ ਵਿੱਚ ਜਦੋਂ ਇੰਸਟਾਲ ਕਰ ਰਹੇ ਹਾਂ ਤੇ ਇੰਸਟਾਲ ਕਰਨ ਤੋਂ ਪਹਿਲਾਂ ਸਾਨੂੰ ਉਸ ਐਪ ਦੇ ਰਿਵਿਊਜ਼ ਨੂੰ ਚੈੱਕ ਕਰਨਾ ਚਾਹੀਦਾ ਹੈ। ਉਹਦੇ ਬਾਰੇ ਇੱਕ ਪ੍ਰੋਪਰ ਰਿਸਰਚ ਕਰਨੀ ਚਾਹੀਦੀ ਹੈ ਕਿ ਉਹ ਐਪ ਸਹੀ ਤਰੀਕੇ ਨਾਲ ਕੰਮ ਕਰਦੀ ਹੈ, ਕਿ ਉਹ ਜੈਨੂਇਨ ਹੈ। ਸਾਨੂੰ ਇਹ ਚੈੱਕ ਕਰਕੇ ਹੀ ਉਸ ਨੂੰ ਇੰਸਟਾਲ ਕਰਨਾ ਚਾਹੀਦਾ ਹੈ। ਕਿਸੇ ਵੀ ਅਨਨੋਨ ਐਪ ਨੂੰ ਜਦੋਂ ਅਸੀਂ ਆਪਣੇ ਮੋਬਾਈਲ ਵਿੱਚ ਇੰਸਟਾਲ ਕਰ ਲੈਂਦੇ ਹਾਂ ਉਹ ਸਾਡੇ ਮੋਬਾਈਲ ਦੇ ਥਰੂ ਸਾਡੀਆਂ ਟ੍ਰਾਂਜੈਕਸ਼ਨ ਨੂੰ ਟਰੈਕ ਕਰਕੇ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਹਮੇਸ਼ਾ ਰਿਪਿਊਟਡ ਵਾਲਟਸ ਐਪ ਨੂੰ ਹੀ ਯੂਜ਼ ਕਰਨਾ ਚਾਹੀਦਾ ਹੈ, ਕਿਸੇ ਅਨਨੋਨ ਐਪ ਨੂੰ ਇੰਸਟਾਲ ਨਹੀਂ ਕਰਨਾ। ਡੋਂਟ ਸ਼ੇਅਰ ਯੂਅਰ CVV, ਨੈਵਰ ਡਿਸਕਲੋਜ਼ ਦਾ ਕਾਰਡ ਵੈਰੀਫਿਕੇਸ਼ਨ ਵੈਲਿਊ CVV of your payment card to anyone। It is a crucial security code and sharing it can lead to unauthorized transactions। ਕਦੀ ਵੀ ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਦੇ ਪਿੱਛੇ
ਜੋ CVV ਨੰਬਰ ਹੁੰਦਾ ਹੈ ਉਸ ਨੂੰ ਕਿਸੇ ਵੀ ਵਾਲਟ ਐਪ ਦੇ ਨਾਲ ਜਾਂ ਕਿਸੇ ਵੀ ਲਿੰਕ ਦੇ ਥਰੂ ਸ਼ੇਅਰ ਨਹੀਂ ਕਰਨਾ ਚਾਹੀਦਾ। CVV ਨੰਬਰ ਜੋ ਹੈ ਉਹ ਤੁਹਾਡੇ ਕਾਰਡ ਦੀ ਪ੍ਰੋਪਰ ਵੈਰੀਫਿਕੇਸ਼ਨ ਵੈਲਿਊ ਹੁੰਦੀ ਹੈ। ਜੇਕਰ ਅਸੀਂ ਉਹ ਕਿਸੇ ਨਾਲ ਸ਼ੇਅਰ ਕਰ ਦਿੰਦੇ ਹਾਂ ਤੇ ਤੁਹਾਡੇ ਕਾਰਡ ਦੇ ਥਰੂ ਕੋਈ ਵੀ ਪੇਮੈਂਟ ਕਰਨੀ ਜਾਂ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਬਹੁਤ ਹੀ ਆਸਾਨ ਹੋ ਜਾਂਦੀ ਹੈ। ਇਸ ਲਈ ਕਦੀ ਵੀ ਆਪਣੇ ਮੋਬਾਈਲ ਦਾ CVV ਕੋਡ ਜੋ ਹੈ ਉਸ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ। ਡੋਂਟ ਇਗਨੋਰ ਟ੍ਰਾਂਜੈਕਸ਼ਨ ਅਲਰਟਸ। ਆਲਵੇਜ਼ ਪੇ attention to transaction alerts sent to your mobile phone. If you notice any unauthorized transaction, report them immediately to your mobile wallet provider. ਸਾਨੂੰ ਆਪਣੇ ਮੋਬਾਈਲ ਦੇ ਉੱਪਰ ਤੁਹਾਡੀਆਂ ਟ੍ਰਾਂਜੈਕਸ਼ਨ ਨਾਲ ਰਿਲੇਟਡ ਜੋ ਵੀ ਅਲਰਟਸ ਆਉਂਦੇ ਹਨ ਉਹਨਾਂ ਨੂੰ ਬਹੁਤ ਧਿਆਨ ਨਾਲ ਚੈੱਕ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕੋਈ ਅਨਆਥੋਰਾਈਜ਼ਡ ਟ੍ਰਾਂਜੈਕਸ਼ਨ ਦੇਖਦੇ ਹੋ ਜੋ ਤੁਸੀਂ ਨਹੀਂ ਕੀਤੀ, ਉਸ ਦੇ ਬਾਰੇ ਤੁਹਾਨੂੰ ਕੋਈ ਅਲਰਟ ਆਉਂਦਾ ਹੈ ਤੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰੋ, ਵੈਰੀਫਾਈ ਕਰੋ ਅਤੇ ਜੇਕਰ ਉਹ ਤੁਸੀਂ ਨਹੀਂ ਕੀਤੀ ਹੈ ਤੇ ਉਹਨੂੰ ਇਮੀਡੀਏਟਲੀ ਬਹੁਤ ਜਲਦੀ ਆਪਣੇ ਮੋਬਾਈਲ ਵਾਲਟ ਪ੍ਰੋਵਾਈਡਰ ਦੇ ਨਾਲ ਸੰਪਰਕ ਕਰਕੇ ਉਸ ਨੂੰ ਉਹਦੀ ਜਾਣਕਾਰੀ ਦਿਓ ਤਾਂ ਜੋ ਉਸ ਟ੍ਰਾਂਜੈਕਸ਼ਨ ਨੂੰ ਉਸੇ ਵੇਲੇ ਰੋਕਿਆ ਜਾ ਸਕੇ। ਜਿੰਨਾ ਤੁਸੀਂ ਦੇਰੀ ਕਰੋਗੇ ਉਨੇ ਚਾਂਸਸ ਘਟ ਜਾਂਦੇ ਹਨ ਤੁਹਾਡੀ ਮਿਹਨਤ ਨਾਲ ਕਮਾਏ ਗਏ ਪੈਸੇ ਤੁਹਾਡੇ ਤੱਕ ਵਾਪਸ ਆ ਜਾਣਗੇ। ਡੋਂਟ ਸੇਵ ਪੇਮੈਂਟ ਇਨਫੋਰਮੇਸ਼ਨ ਔਨ ਪਬਲਿਕ ਡਿਵਾਈਸਿਸ। Avoid saving your payment information on public computers, smartphones or shared devices to prevent unauthorized access. ਆਪਣੇ ਪੇਮੈਂਟ ਦੀਆਂ ਇਨਫੋਰਮੇਸ਼ਨ ਨੂੰ ਕਿਸੇ ਵੀ ਪਬਲਿਕ ਕੰਪਿਊਟਰ ਜਾਂ ਸਮਾਰਟਫੋਨ ਜਾਂ ਸ਼ੇਅਰ ਡਿਵਾਈਸ ਦੇ ਉੱਪਰ ਸੇਵ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤਰੀਕੇ ਨਾਲ ਉਹਨਾਂ ਨੂੰ ਅਨਆਥੋਰਾਈਜ਼ਡ ਐਕਸੈਸ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਅਸੀਂ ਉਸ ਨੂੰ ਕਿਸੇ ਪਬਲਿਕ ਕੰਪਿਊਟਰ ਤੇ ਰੱਖਾਂਗੇ ਤੇ ਉਸ ਦੇ ਉੱਪਰ ਕਿਸੇ ਦਾ ਵੀ ਐਕਸੈਸ ਹੋ ਸਕਦਾ ਹੈ, ਉਹ ਸਾਡੀ ਪਰਸਨਲ ਜਾਣਕਾਰੀ ਤੱਕ ਪਹੁੰਚ ਕਰਕੇ ਸਾਨੂੰ ਫਰਾਡ ਦਾ ਸ਼ਿਕਾਰ ਬਣਾ ਸਕਦਾ ਹੈ। ਬੀ ਕੌਸ਼ੀਅਸ ਵਿਦ ਥਰਡ ਪਾਰਟੀ ਐਪ। ਡੋਂਟ ਯੂਜ਼ ਥਰਡ ਪਾਰਟੀ ਐਪਸ ਔਰ ਸਰਵਿਸਿਜ਼ that claim to enhance your mobile wallet experience unless they are reputable and endorsed by your wallet provider. ਕਦੀ ਵੀ ਕਿਸੇ ਥਰਡ ਪਾਰਟੀ ਐਪਸ ਜਾਂ ਸਰਵਿਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੁਝ ਐਪਸ ਸਾਨੂੰ ਅਜਿਹੀ ਅਸ਼ੋਰੈਂਸ ਦਿੰਦੇ ਹਨ ਕਿ ਜੇਕਰ ਤੁਸੀਂ ਇਸ ਐਪ ਨੂੰ ਆਪਣੇ ਵਾਲਟ ਐਪ ਦੇ ਨਾਲ ਯੂਜ਼ ਕਰੋਗੇ ਤੇ ਤੁਹਾਡਾ ਐਕਸਪੀਰੀਅੰਸ ਵੱਧ ਜਾਏਗਾ, ਤੁਹਾਨੂੰ ਜ਼ਿਆਦਾ ਡਿਸਕਾਊਂਟ ਮਿਲੇਗਾ। ਅਜਿਹੇ ਸਾਨੂੰ ਭੁਲੇਖੇ ਪਾ ਕੇ ਜਾਂ ਲਾਲਚ ਦੇ ਕੇ ਉਹ ਐਪ ਸਾਡੇ ਮੋਬਾਈਲ ਵਿੱਚ ਇੰਸਟਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਅਜਿਹੀਆਂ ਥਰਡ ਪਾਰਟੀ ਐਪਸ ਨੂੰ ਬਹੁਤ ਹੀ ਸੋਚ ਸਮਝ ਕੇ ਹੀ ਆਪਣੇ ਮੋਬਾਈਲ ਵਿੱਚ ਇੰਸਟਾਲ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤੇ ਕਰਨਾ ਹੀ ਨਹੀਂ ਚਾਹੀਦਾ। ਜੇਕਰ ਅਸੀਂ ਕਰ ਵੀ ਰਹੇ ਹਾਂ ਤਾਂ ਉਹਨੂੰ ਪਹਿਲਾਂ ਪ੍ਰੋਪਰਲੀ ਵੈਰੀਫਾਈ ਕਰੋ ਕਿ ਉਹ ਐਪ ਸੱਚੀ ਰਿਪਿਊਟੇਬਲ ਹੈ, ਕਿ ਉਸ ਨੂੰ ਤੁਹਾਡੀ ਵਾਲਟ ਐਪ ਐਂਡੋਰਸ ਕਰ ਰਹੀ ਹੈ, ਕਿ ਉਸ ਨੂੰ ਮਾਨਤਾ ਦੇ ਰਹੀ ਹੈ। ਜੇਕਰ ਦੇ ਰਹੀ ਹੈ ਤਾਂ ਅਸੀਂ ਅਜਿਹੀਆਂ ਥਰਡ ਪਾਰਟੀ ਐਪਸ ਨੂੰ ਕਿਤੇ ਨਾ ਕਿਤੇ ਇੰਸਟਾਲ ਕਰ ਸਕਦੇ ਹਾਂ, ਨਹੀਂ ਤਾਂ ਅਜਿਹੀਆਂ ਐਪਸ ਜਾਂ ਥਰਡ ਪਾਰਟੀ ਐਪਸ ਨੂੰ ਕਦੀ ਵੀ ਆਪਣੇ ਮੋਬਾਈਲ ਵਿੱਚ ਇੰਸਟਾਲ ਨਹੀਂ ਕਰਨਾ ਚਾਹੀਦਾ। ਇਹ ਕੁਝ ਖਾਸ ਪੁਆਇੰਟ ਸੀ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਮੋਬਾਈਲ ਵਾਲਟ ਐਪਸ ਨੂੰ ਸਿਕਿਉਰਲੀ ਯੂਜ਼ ਕਰ ਸਕਦੇ ਹਾਂ। ਅੱਜ ਕੱਲ ਦੇ ਡਿਜੀਟਲ ਯੁੱਗ ਦੇ ਵਿੱਚ ਮੋਬਾਈਲ ਐਪਸ ਜਾਂ ਮੋਬਾਈਲ ਵਾਲਟ ਐਪਸ ਦਾ ਟ੍ਰੈਂਡ ਜੋ ਹੈ ਉਹ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਅਸੀਂ ਆਪਣੀ ਡੇਲੀ ਲਾਈਫ ਦੀਆਂ ਬਹੁਤ ਸਾਰੀਆਂ ਟ੍ਰਾਂਜੈਕਸ਼ਨ ਜਾਂ ਬਹੁਤ ਸਾਰੇ ਲੈਣ ਦੇਣ ਜੋ ਹਨ ਉਹ ਇਹਨਾਂ ਐਪਸ ਦੇ ਜ਼ਰੀਏ ਕਰਨੇ ਸ਼ੁਰੂ ਕਰ ਦਿੱਤੇ ਹਨ। ਅਸੀਂ ਪੇਟੀਐਮ, ਗੂਗਲ ਪੇ, ਫੋਨ ਪੇ ਅਜਿਹੀਆਂ ਕਈ ਐਪਸ ਹਨ ਜਿਨ੍ਹਾਂ ਦੀ ਅਸੀਂ ਵਰਤੋਂ ਕਰ ਰਹੇ ਹਾਂ। ਇਹਨਾਂ ਐਪਸ ਦੇ ਵਿੱਚ ਅਸੀਂ ਆਪਣਾ ਕੈਸ਼ ਉਹ ਸਟੋਰ ਵੀ ਕਰ ਸਕਦੇ ਹਾਂ ਜਾਂ ਡਾਇਰੈਕਟ ਆਪਣੀ ਬੈਂਕ ਅਕਾਊਂਟ ਤੋਂ ਵੀ ਪੇਮੈਂਟ ਕਰ ਸਕਦੇ ਹਾਂ, ਕਿਉਂਕਿ ਇਹ ਸਾਡੀਆਂ ਐਪਸ ਜੋ ਹਨ ਇਹ ਸਾਡੇ ਬੈਂਕ ਅਕਾਊਂਟ ਦੇ ਨਾਲ ਲਿੰਕ ਹੋ ਜਾਂਦੀਆਂ ਹਨ। ਹੁਣ ਜੇਕਰ ਅਸੀਂ ਇਸ ਨੂੰ ਸਿਕਿਉਰਲੀ ਯੂਜ਼ ਨਹੀਂ ਕਰਦੇ ਤਾਂ ਸਾਨੂੰ ਕਈ ਤਰ੍ਹਾਂ ਦੇ ਫਾਈਨੈਂਸ਼ੀਅਲ ਲਾਸ ਜਿਹੜੇ ਆ ਉਹ ਸਹਿਣੇ ਪੈ ਸਕਦੇ ਹਨ। ਪਰ ਜੇਕਰ ਅਸੀਂ ਅੱਜ ਜੋ ਪੁਆਇੰਟਸ ਤੁਹਾਨੂੰ ਇਸ ਵੀਡੀਓ ਵਿੱਚ ਦੱਸੇ ਗਏ ਹਨ ਇਹਨਾਂ ਨੂੰ ਅਸੀਂ ਸਿਕਿਉਰਲੀ ਵਰਤਦੇ ਹਾਂ ਜਾਂ ਇਹਨਾਂ ਪੁਆਇੰਟਸ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਐਪਸ ਦੀ ਵਰਤੋਂ ਕਰਦੇ ਹਾਂ ਤੇ ਤੁਸੀਂ ਇਹਨਾਂ ਫਰਾਡਸ ਤੋਂ ਬਚ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਹਨਾਂ ਮੋਬਾਈਲ ਵਾਲਟ ਐਪਸ ਨੂੰ ਬਹੁਤ ਹੀ ਸੇਫਲੀ ਯੂਜ਼ ਕਰੋਗੇ ਤਾਂ ਕਿ ਤੁਹਾਡਾ ਫਾਈਨੈਂਸ਼ੀਅਲ ਲਾਸ ਨਾ ਹੋਵੇ। ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਤੇ ਪਲੀਜ਼ ਇਸ ਨੂੰ ਲਾਈਕ, ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੁਹਾਡੀ ਸਪੋਰਟ ਅਤੇ ਤੁਹਾਡੀ ਹੈਲਪ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਬਹੁਤ ਬਹੁਤ ਧੰਨਵਾਦ ਫਰੈਂਡਸ, ਧੰਨਵਾਦ ਦੋਸਤੋ। ਤੁਹਾਡਾ ਦਿਨ ਬਹੁਤ ਚੰਗਾ ਰਹੇ, ਮੈਂ ਇਹ ਅਰਦਾਸ ਕਰਦਾ। ਥੈਂਕ ਯੂ ਫਰੈਂਡਸ।